ਜਿਹੜਾ ਇਹ ਭਾਜਪਾ ਤੇ ਅਕਾਲੀ ਸੈਂਟਰ ਸਰਕਾਰ ਦਾ ਜਿਹੜਾ ਇਹ ਸਭ ਤੋਂ ਵੱਡਾ ਹਮਲਾ ਪੰਜਾਬ ਦੇ ਉੱਤੇ ਹੈ। ਇਹ ਜਿਹੜਾ ਕਾਲਾ ਦਿਨ ਸੀ ਕੱਲ੍ਹ ਦਾ, ਉਹਦੇ ਵਿੱਚ ਮੈਂ ਆਪਣੇ ਆਪ ਨੂੰ ਬਤੌਰ ਚੁਣੇ ਹੋਏ ਨੁਮਾਇੰਦੇ ਦੇ ਰੂਪ ਦੇ ਵਿੱਚ ਮੈਂ ਸਾਖੀ ਬਣ ਕੇ ਨਹੀਂ ਸੀ ਰਹਿ ਸਕਦਾ। ਮੇਰਾ ਰੋਸ ਸੀਗਾ ਬਹੁਤ ਵੱਡਾ, ਕਿਉਂਕਿ ਮੈਂ ਇੱਕ ਛੋਟੇ ਜਿਹੇ ਕਿਸਾਨ ਦਾ ਬੇਟਾ ਆ, ਔਰ ਜਦੋਂ ਕਿਸਾਨੀ ਨੂੰ ਮਰਦੇ ਦੇਖ ਰਿਹਾ ਸੀਗਾ ਤਾਂ ਮੇਰੇ ਅੰਦਰ ਜਿਹੜਾ ਰੋਸ ਸੀ ਉਹਨੂੰ ਜ਼ਾਹਰ ਕਰਨ ਲਈ ਮੈਂ ਆਪਣਾ ਜਿਹੜਾ ਆ MLA-ਸ਼ਿਪ ਤੋਂ ਅਸਤੀਫਾ ਦਿੱਤਾ। ਦੇਖੋ, ਇਹ ਤਾਂ ਜਿਹੜਾ ਅਸਤੀਫਾ ਆ ਬੀਬਾ ਜੀ ਦਾ, ਉਹ ਤਾਂ ਇੱਕ ਤੁਸੀਂ ਆਪ ਦੇਖ ਰਹੇ ਹੋ ਪੰਜਾਬ ਦੇ ਵਿੱਚ ਲੋਕਾਂ ਨੇ ਦੇ ਵਿੱਚ ਜਿਹੜਾ ਵਿਰੋਧ ਹੈ ਅਕਾਲੀ ਭਾਜਪਾ ਦੇ ਖਿਲਾਫ, ਉਹ ਐਡਾ ਵੱਡਾ ਤਿਆਰ ਹੋ ਗਿਆ ਕਿ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨਾ ਇਹਨਾਂ ਦਾ ਕਹਿਤਾ ਵੀ ਬੰਦ ਕਰਤਾ। ਇਹਨਾਂ ਦੇ ਘਰਾਂ ਨੂੰ ਘੇਰ ਲਿਆ ਜਾ ਕੇ, ਇਹਨਾਂ ਨੂੰ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੜਨ ਨਹੀਂ ਦੇਵਾਂਗੇ ਅਸੀਂ। ਔਰ ਲੰਬੀ ਦੇ ਵਿੱਚ ਇਹਨਾਂ ਦੇ ਘਰ ਦੇ ਵਿੱਚ ਤੇ ਬਠਿੰਡੇ ਦੇ ਵਿੱਚ ਇਹਨਾਂ ਦੇ ਘਰਾਂ ਦੇ ਅੱਗੇ ਬੈਠੇ ਹੋਏ ਨੇ ਉਹ ਅਕਾਲੀ ਦਲ ਦੇ ਇੱਕ ਬਹੁਤ ਵੱਡੇ ਵਰਗ ਨੇ, ਲੀਡਰਾਂ ਦੇ ਵਰਗ ਨੇ ਸੁਖਬੀਰ ਬਾਦਲ ਨੂੰ ਕਹਿਤਾ ਕਿ ਸਾਨੂੰ ਤਾਂ ਪਿੰਡਾਂ 'ਚ ਲੋਕ ਵੜਨ ਨਹੀਂ ਦੇ ਰਹੇ ਹੈਗੇ, ਅਸੀਂ ਖਤਮ ਹੋ ਗਏ ਹਾਂ ਥੱਲਿਓ। ਉਸ ਭੈ ਦੇ ਤਹਿਤ ਸਾਰੀ ਜ਼ਮੀਨ ਖਿਸਕਦੀ ਜਦੋਂ ਨਜ਼ਰ ਆਈ, ਉਦੋਂ ਇਹਨਾਂ ਨੇ ਇਹ ਅਸਤੀਫਾ ਦਿੱਤਾ ਆ। ਜੇ ਅਸਤੀਫਾ ਦੇਣਾ ਸੀ ਬੀਬਾ ਜੀ ਨੇ ਤਾਂ ਜਦੋਂ ਕੈਬਨਿਟ ਦੀ ਮੀਟਿੰਗ ਹੋਈ ਸੀਗੀ ਦਿੱਲੀ ਦੇ ਵਿੱਚ, ਜਿਹਦੇ ਵਿੱਚ ਆਰਡੀਨੈਂਸ ਪਾਸ ਹੋਏ ਸੀਗੇ, ਕੈਬਨਿਟ ਦੀ ਮੀਟਿੰਗ ਦਾ ਏਜੰਡਾ ਪਹਿਲਾਂ ਜਾਂਦਾ ਆ ਮੰਤਰੀਆਂ ਦੇ ਕੋਲੇ, ਸਾਡੇ ਪ੍ਰਤੀਨਿਧੀ ਸੀਗੇ ਉੱਥੇ ਮੀਟਿੰਗ ਦੇ ਵਿੱਚ ਪੰਜਾਬ ਦੇ। ਜਦੋਂ ਇਹਨਾਂ ਨੂੰ ਪਤਾ ਲੱਗਿਆ ਏਜੰਡੇ ਦੇ ਉੱਤੇ ਕਿ ਇਹੋ ਜਿਹਾ ਆਰਡੀਨੈਂਸ ਆ ਰਿਹਾ, ਇਹਨਾਂ ਨੂੰ ਉਦੋਂ ਹੀ ਵਿਰੋਧ ਕਰਨਾ ਚਾਹੀਦਾ ਸੀ। ਤੇ ਜੇ ਇਹਨਾਂ ਦੀ ਕਿਸੇ ਨੇ ਗੱਲ ਨਹੀਂ ਸੀ ਸੁਣੀ ਤਾਂ ਬਾਹਰ ਆ ਕੇ ਰੌਲਾ ਪਾਉਣਾ ਚਾਹੀਦਾ ਸੀਗਾ ਕਿ ਜੀ ਅਸੀਂ ਜਿਹੜਾ ਹੈਗਾ ਆ ਇਹਦਾ ਵਿਰੋਧ ਕਰਦੇ ਹਾਂ। ਇਹਦਾ 25 ਜੂਨ ਦੀ ਵੀਡੀਓ ਦੇਖ ਲਓ ਸੁਖਬੀਰ ਸਿੰਘ ਬਾਦਲ ਦੀ, ਜਦੋਂ ਮੁੱਖ ਮੰਤਰੀ ਪੰਜਾਬ ਦੇ ਨਾਲ ਇਹ ਆਲ ਪਾਰਟੀ ਮੀਟਿੰਗ ਦੇ ਵਿੱਚ ਬੋਲ ਰਿਹਾ, ਇਹ ਕਹਿੰਦਾ ਕਿ ਅਸੀਂ ਇੱਕ ਪੇਜ ਨੂੰ ਪੜ੍ਹ ਕੇ ਕਹਿ ਰਿਹਾ ਕਿ ਆਰਡੀਨੈਂਸ ਕਿਤੇ ਵੀ ਕਿਸਾਨ ਵਿਰੋਧੀ ਨਹੀਂ ਹੈਗਾ। ਪੰਜਾਬ ਦੇ ਇਤਿਹਾਸ ਵਿੱਚ ਮੈਂ ਸਮਝਦਾ ਕਿ ਜਿਹੜਾ ਕੱਲ੍ਹ ਦਾ ਦਿਨ ਸੀਗਾ ਜਦੋਂ ਇਹ ਬਿੱਲ ਪਾਸ ਹੋਏ ਨੇ, ਕਿਸਾਨ ਵਿਰੋਧੀ ਬਿੱਲ ਪਾਸ ਹੋਏ ਨੇ ਪਾਰਲੀਮੈਂਟ ਦੇ ਵਿੱਚ, ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਸਭ ਤੋਂ ਮਾੜਾ ਦਿਨ, ਕਾਲਾ ਦਿਨ, ਜਿਹੜਾ ਕਿ ਕਾਲੇ ਅਧਿਆਏ ਦੇ ਤੌਰ ਦੇ ਉੱਤੇ ਇਤਿਹਾਸ ਦੇ ਵਿੱਚ ਦਰਜ ਹੋਊਗਾ। ਔਰ ਇਹ ਜਿਹੜੇ ਬਿੱਲ ਨੇ, ਇਹਨਾਂ ਦੇ ਪਾਸ ਹੋਣ ਤੋਂ ਬਾਅਦ, ਲਾਗੂ ਹੋਣ ਤੋਂ ਬਾਅਦ, ਜਿਹੜਾ ਪੰਜਾਬ ਤੇ ਹਰਿਆਣੇ ਦਾ ਕਿਸਾਨ ਹੈ ਉਹਨੂੰ ਮਿੱਠੇ ਜ਼ਹਿਰ ਦੇ ਤੌਰ ਉੱਤੇ ਲਗਾ ਦਿੱਤਾ। ਔਰ ਇਹ ਜਿਹੜਾ ਸਲੋ ਪੋਇਜ਼ਨ ਹੈ, ਇਹ ਹੌਲੀ ਹੌਲੀ ਪੰਜਾਬ ਦੀ ਕਿਸਾਨੀ ਨੂੰ ਖਾ ਜਾਊਗਾ, ਪੰਜਾਬ ਤੇ ਹਰਿਆਣੇ ਦੀ ਆਰਥਿਕਤਾ ਨੂੰ ਖਾ ਜਾਊਗਾ, ਔਰ ਅਸੀਂ ਬਰਬਾਦ ਹੋ ਜਾਵਾਂਗੇ। ਸੋ ਮੈਂ ਜਿਹੜਾ ਇਹ ਭਾਜਪਾ ਤੇ ਅਕਾਲੀ ਸੈਂਟਰ ਸਰਕਾਰ ਦਾ ਜਿਹੜਾ ਇਹ ਸਭ ਤੋਂ ਵੱਡਾ ਹਮਲਾ ਪੰਜਾਬ ਦੇ ਉੱਤੇ ਹੈ, ਇਹਨੂੰ ਜਿੱਥੇ ਕੰਡੈਮ ਕਰਦਾ ਸੀ, ਇਹਦੇ ਖਿਲਾਫ ਬੜੇ ਵੱਡੇ ਲੈਵਲ ਦੇ ਉੱਤੇ ਅਸੀਂ ਵਿਰੋਧ ਦੇ ਉੱਤੇ ਗਏ ਹੋਏ ਸੀਗੇ। ਔਰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ, ਆਹਤ ਹੋ ਕੇ ਕਹਿਣਾ ਪੈ ਰਿਹਾ ਕਿ ਇਹ ਜਿਹੜਾ ਕਾਲਾ ਦਿਨ ਸੀ ਕੱਲ੍ਹ ਦਾ, ਉਹਦੇ ਵਿੱਚ ਮੈਂ ਆਪਣੇ ਆਪ ਨੂੰ ਬਤੌਰ ਚੁਣੇ ਹੋਏ ਨੁਮਾਇੰਦੇ ਦੇ ਰੂਪ ਦੇ ਵਿੱਚ ਮੈਂ ਸਾਖੀ ਬਣ ਕੇ ਨਹੀਂ ਸੀ ਰਹਿ ਸਕਦਾ। ਮੇਰਾ ਰੋਸ ਸੀਗਾ ਬਹੁਤ ਵੱਡਾ, ਕਿਉਂਕਿ ਮੈਂ ਇੱਕ ਛੋਟੇ ਜਿਹੇ ਕਿਸਾਨ ਦਾ ਬੇਟਾ ਆ, ਜਿਹਨੇ ਆਪਣੀ ਕਿਸਾਨੀ ਤੋਂ ਮੈਨੂੰ ਇੱਥੋਂ ਤੱਕ ਪਹੁੰਚਾਇਆ ਸੀ। ਔਰ ਜਦੋਂ ਕਿਸਾਨੀ ਨੂੰ ਮਰਦੇ ਦੇਖ ਰਿਹਾ ਸੀਗਾ ਤਾਂ ਮੇਰੇ ਅੰਦਰ ਜਿਹੜਾ ਰੋਸ ਸੀ ਉਹਨੂੰ ਜ਼ਾਹਰ ਕਰਨ ਲਈ ਮੈਂ ਆਪਣਾ ਜਿਹੜਾ ਆ MLA-ਸ਼ਿਪ ਤੋਂ ਅਸਤੀਫਾ ਦਿੱਤਾ ਆ। ਸਰ, ਤੁਸੀਂ ਵੀ ਅਸਤੀਫਾ ਦਿੱਤਾ, ਬੀਬਾ ਸਿਮਰਨਜੀਤ ਕੌਰ ਬਾਦਲ ਨੇ ਅਸਤੀਫਾ ਦਿੱਤਾ। ਅਕਾਲੀ ਦਲ ਦਾ ਕਿਸ ਤਰ੍ਹਾਂ ਦਾ ਸਟੈਂਡ ਦੇਖਦੇ ਹੋ? ਪਹਿਲਾਂ ਬਿੱਲ ਨੂੰ ਪਾਸ ਹੋਣ ਵਾਸਤੇ ਕਿਹਾ ਗਿਆ, ਉਸ ਤੋਂ ਬਾਅਦ ਯੂ ਟਰਨ ਲਿਆ ਗਿਆ ਤੇ ਹੁਣ ਅਸਤੀਫਾ ਦੇ ਦੇਣਾ ਮੰਤਰੀ ਮੰਡਲ 'ਚ। ਦੇਖੋ, ਇਹ ਤਾਂ ਜਿਹੜਾ ਅਸਤੀਫਾ ਆ ਬੀਬਾ ਜੀ ਦਾ, ਉਹ ਤਾਂ ਇੱਕ ਤੁਸੀਂ ਆਪ ਦੇਖ ਰਹੇ ਹੋ ਪੰਜਾਬ ਦੇ ਵਿੱਚ ਲੋਕਾਂ ਨੇ ਦੇ ਵਿੱਚ ਜਿਹੜਾ ਵਿਰੋਧ ਹੈ ਅਕਾਲੀ ਭਾਜਪਾ ਦੇ ਖਿਲਾਫ, ਉਹ ਐਡਾ ਵੱਡਾ ਤਿਆਰ ਹੋ ਗਿਆ ਕਿ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨਾ ਇਹਨਾਂ ਦਾ ਕਹਿਤਾ ਵੀ ਬੰਦ ਕਰਤਾ। ਇਹਨਾਂ ਦੇ ਘਰਾਂ ਨੂੰ ਘੇਰ ਲਿਆ ਜਾ ਕੇ, ਇਹਨਾਂ ਨੂੰ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੜਨ ਨਹੀਂ ਦੇਵਾਂਗੇ ਅਸੀਂ। ਔਰ ਲੰਬੀ ਦੇ ਵਿੱਚ ਇਹਨਾਂ ਦੇ ਘਰ ਦੇ ਵਿੱਚ ਤੇ ਬਠਿੰਡੇ ਦੇ ਵਿੱਚ ਇਹਨਾਂ ਦੇ ਘਰਾਂ ਦੇ ਅੱਗੇ ਬੈਠੇ ਹੋਏ ਨੇ ਉਹ ਅਕਾਲੀ ਦਲ ਦੇ ਇੱਕ ਬਹੁਤ ਵੱਡੇ ਵਰਗ ਨੇ, ਲੀਡਰਾਂ ਦੇ ਵਰਗ ਨੇ ਸੁਖਬੀਰ ਬਾਦਲ ਨੂੰ ਕਹਿਤਾ ਕਿ ਸਾਨੂੰ ਤਾਂ ਪਿੰਡਾਂ 'ਚ ਲੋਕ ਵੜਨ ਨਹੀਂ ਦੇ ਰਹੇ ਹੈਗੇ, ਅਸੀਂ ਖਤਮ ਹੋ ਗਏ ਹਾਂ ਥੱਲਿਓ, ਅਸੀਂ ਤੁਹਾਡੇ ਨਾਲ ਨਹੀਂ ਰਹਿ ਸਕਦੇ ਜੇ ਤੁਸੀਂ ਵਿਰੋਧ ਨਹੀਂ ਕਰਦੇ। ਔਰ ਇਸ ਡਰ ਦੇ ਤਹਿਤ, ਉਸ ਭੈ ਦੇ ਤਹਿਤ ਸਾਰੀ ਜ਼ਮੀਨ ਖਿਸਕਦੀ ਜਦੋਂ ਨਜ਼ਰ ਆਈ,
ਉਦੋਂ ਇਹਨਾਂ ਨੇ ਇਹ ਅਸਤੀਫਾ ਦਿੱਤਾ ਆ। ਜੇ ਅਸਤੀਫਾ ਦੇਣਾ ਸੀ ਬੀਬਾ ਜੀ ਨੇ ਤਾਂ ਜਦੋਂ ਕੈਬਨਿਟ ਦੀ ਮੀਟਿੰਗ ਹੋਈ ਸੀਗੀ ਦਿੱਲੀ ਦੇ ਵਿੱਚ, ਜਿਹਦੇ ਵਿੱਚ ਆਰਡੀਨੈਂਸ ਪਾਸ ਹੋਏ ਸੀਗੇ, ਕੈਬਨਿਟ ਦੀ ਮੀਟਿੰਗ ਦਾ ਏਜੰਡਾ ਪਹਿਲਾਂ ਜਾਂਦਾ ਆ ਮੰਤਰੀਆਂ ਦੇ ਕੋਲੇ। ਸਾਡੇ ਪ੍ਰਤੀਨਿਧੀ ਸੀਗੇ ਉੱਥੇ ਮੀਟਿੰਗ ਦੇ ਵਿੱਚ ਪੰਜਾਬ ਦੇ, ਜਦੋਂ ਇਹਨਾਂ ਨੂੰ ਪਤਾ ਲੱਗਿਆ ਏਜੰਡੇ ਦੇ ਉੱਤੇ ਕਿ ਇਹੋ ਜਿਹਾ ਆਰਡੀਨੈਂਸ ਆ ਰਿਹਾ, ਇਹਨਾਂ ਨੂੰ ਉਦੋਂ ਹੀ ਵਿਰੋਧ ਕਰਨਾ ਚਾਹੀਦਾ ਸੀ। ਤੇ ਜੇ ਇਹਨਾਂ ਦੀ ਕਿਸੇ ਨੇ ਗੱਲ ਨਹੀਂ ਸੀ ਸੁਣੀ ਤਾਂ ਬਾਹਰ ਆ ਕੇ ਰੌਲਾ ਪਾਉਣਾ ਚਾਹੀਦਾ ਸੀਗਾ ਕਿ ਜੀ ਅਸੀਂ ਜਿਹੜਾ ਹੈਗਾ ਆ ਇਹਦਾ ਵਿਰੋਧ ਕਰਦੇ ਹਾਂ। ਇਹ ਤਾਂ 25 ਜੂਨ ਦੀ ਵੀਡੀਓ ਦੇਖ ਲਓ, ਸੁਖਬੀਰ ਸਿੰਘ ਬਾਦਲ ਦੀ, ਜਦੋਂ ਮੁੱਖ ਮੰਤਰੀ ਪੰਜਾਬ ਦੇ ਨਾਲ ਇਹ ਆਲ ਪਾਰਟੀ ਮੀਟਿੰਗ ਦੇ ਵਿੱਚ ਬੋਲ ਰਿਹਾ, ਇਹ ਕਹਿੰਦਾ ਕਿ ਅਸੀਂ ਇੱਕ ਪੇਜ ਨੂੰ ਪੜ੍ਹ ਕੇ ਕਹਿ ਰਿਹਾ ਕਿ ਆਰਡੀਨੈਂਸ ਕਿਤੇ ਵੀ ਕਿਸਾਨ ਵਿਰੋਧੀ ਨਹੀਂ ਹੈਗਾ, ਕਿਤੇ ਵੀ MSP ਵਿਰੋਧੀ ਨਹੀਂ ਹੈਗਾ। ਤੇ ਉਦੋਂ ਬਾਅਦ 25 ਜੂਨ ਦੀ ਵੀਡੀਓ ਤੇ 15 ਜੂਨ ਦੀ ਵੀਡੀਓ ਦੇਖ ਲਓ। ਹੁਣ ਦੋਹੇ ਵੀਡੀਓ ਮਿਲਾਈਆਂ ਕਿਸੇ ਤੁਹਾਡੇ ਵਰਗੇ ਪੱਤਰਕਾਰ ਸਾਥੀ ਨੇ, ਉਹਦੇ ਵਿੱਚ ਇਹਨਾਂ ਦਾ ਚਿਹਰਾ ਚਰਿੱਤਰ ਤੇ ਜਿਹੜਾ ਕੰਮ ਹੈਗਾ ਆ ਉਹ ਨਜ਼ਰ ਆ ਰਿਹਾ ਹੈਗਾ ਆ ਕਿ ਉਹ ਕਿਵੇਂ ਫਰਕਦਾ। ਸੋ ਇਸ ਕਰਕੇ ਇਹਨਾਂ ਨੇ ਪਹਿਲਾਂ ਉਦੋਂ ਉਹਨੂੰ ਜਸਟੀਫਾਈ ਕੀਤਾ, ਹਰਸਿਮਰਤ ਕੌਰ ਬਾਦਲ ਨੇ ਕੈਬਨਿਟ ਦੇ ਵਿੱਚ ਉਹਦੇ ਉੱਤੇ ਸਾਈਨ ਕੀਤੇ। ਉਦੋਂ ਬਾਅਦ ਇਹਨਾਂ ਨੇ ਆਪ ਸੁਖਬੀਰ ਬਾਦਲ ਨੇ ਜਸਟੀਫਾਈ ਕੀਤਾ, ਫਿਰ ਵੱਡੇ ਬਾਦਲ ਸਾਹਿਬ ਨੇ ਜਸਟੀਫਾਈ ਕੀਤਾ। ਇਹਨਾਂ ਕੋਲੇ ਮੌਕਾ ਸੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਰਿਜੈਕਟ ਕਰਨ ਦਾ, ਆ ਕੇ ਵਿੱਚ ਨਾਲ ਵੋਟ ਪਾਉਣ ਦਾ, ਇਹ ਉੱਥੋਂ ਵੀ ਬਾਹਰ ਨਿਕਲ ਗਏ, ਨਹੀਂ ਆਏ। ਔਰ ਉਸ ਤੋਂ ਬਾਅਦ ਇਹਨਾਂ ਨੇ ਫਿਰ ਇੱਕ ਚਿੱਠੀ ਕ੍ਰਿਸ਼ੀ ਮੰਤਰੀ ਦੀ ਜਾਰੀ ਕੀਤੀ ਆਪਣੇ ਟਵਿੱਟਰ ਤੋਂ ਕਿ ਉਹ ਕਹਿ ਰਿਹਾ ਜੀ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੈਗਾ। ਤੇ ਹੋਰ ਛੱਡੋ, ਤੁਸੀਂ ਕੱਲ੍ਹ ਜਦੋਂ ਬੀਬਾ ਹਰਸਿਮਰਤ ਬਾਦਲ ਭੈਣ ਸਾਡੀ ਜਦੋਂ ਅਸਤੀਫਾ ਦੇ ਕੇ ਬਾਹਰ ਆਈ ਹੈ, ਤੁਸੀਂ ਪਹਿਲਾ ਰਿਐਕਸ਼ਨ ਦੇਖਿਆ ਉਹਦਾ ਕੀ ਸੀ? ਉਹ ਕਹਿੰਦੀ ਹੈ ਅਸਤੀਫਾ ਦੇਣ ਦੇ ਬਾਰੇ 'ਚ ਉਹ ਕਹਿੰਦੀ ਹੈ ਕਿ ਬਿੱਲ ਤਾਂ ਕਿਸਾਨਾਂ ਦੇ ਹੱਕ ਵਿੱਚ ਸੀਗਾ, ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਇਸ ਕਰਕੇ ਕਿਸਾਨ ਨਾਰਾਜ਼ ਹੋ ਗਏ ਤੇ ਮੈਨੂੰ ਅਸਤੀਫਾ ਦੇਣਾ ਪਿਆ। ਅਜੇ ਵੀ ਬਿੱਲ ਦੀ ਪੈਰਵਾਈ ਕਰੀ ਜਾ ਰਹੀ ਹੈ ਅਸਤੀਫਾ ਦੇਣ ਤੋਂ ਬਾਅਦ ਵੀ। ਸੋ ਇਹਨਾਂ ਦੇ ਹਾਥੀ ਦੇ ਦੰਦ ਖਾਣ ਨੂੰ ਤੇ ਦਿਖਾਉਣ ਨੂੰ ਹੋਰ ਨੇ। ਸੋ ਪੰਜਾਬ ਦੇ ਲੋਕ ਇਹਨੂੰ ਸਮਝ ਚੁੱਕੇ ਨੇ। ਸੋ ਇਸ ਕਰਕੇ ਇਹੋ ਜਿਹੇ ਡਰਾਮੇ ਨਹੀਂ ਜ਼ਿਆਦਾ ਦੇਰ ਚੱਲਿਆ ਕਰਦੇ। ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਰਲੇ ਹੋਏ ਨੇ ਸੁਖਬੀਰ ਬਾਦਲ, ਉਹਨਾਂ ਕਾਰਪੋਰੇਟ ਘਰਾਣਿਆਂ ਦੇ ਨਾਲ ਸਾਂਝੀਦਾਰ ਹੈ। ਔਰ ਇਹ ਕਿਸਾਨ ਜਾਂ ਕਿਸਾਨ ਹਿਤੈਸ਼ੀ ਨੀਗਾ, ਸੰਘੀ ਢਾਂਚੇ ਦੇ ਉੱਤੇ ਐਡਾ ਵੱਡਾ ਹਮਲਾ ਹੋ ਰਿਹਾ ਆ। ਇਹ ਸਟੇਟ ਸਬਜੈਕਟ ਹੈ ਐਗਰੀਕਲਚਰ ਜਿਹੜਾ ਆ। ਕੇਂਦਰ ਸਰਕਾਰ ਤੁਹਾਡੇ ਸੰਘੀ ਢਾਂਚੇ ਨੂੰ ਬਰਬਾਦ ਕਰ ਰਹੀ ਹੈ ਔਰ ਆਪਾਂ ਚੁੱਪ ਕਰਕੇ ਬੈਠੇ ਹਾਂ। ਅੱਜ ਕਹਿ ਰਿਹਾ ਜੀ ਕਿਸਾਨਾਂ ਨੂੰ ਕਾਂਗਰਸ ਭੜਕਾ ਰਹੀ ਹੈ, ਕਾਂਗਰਸ ਦੇ ਪਿੱਛੇ ਲੱਗੇ ਹੋਏ ਨੇ। ਮੈਂ ਦੱਸਣਾ ਚਾਹੁੰਦਾ ਇੱਥੇ ਕਿ ਉਹ ਕੋਈ ਅਕਲ ਦੀ ਗੱਲ ਕਰੋ। ਕਿਸਾਨਾਂ ਦਾ ਆਪਣਾ ਦਿਮਾਗ ਨਹੀਂ, ਉਹਨਾਂ ਦੀ ਆਪਣੀ ਸੋਚ ਨਹੀਂ, ਉਹਨਾਂ 'ਤੇ ਸਵਾਲੀਆ ਨਿਸ਼ਾਨ ਲਗਾ ਰਹੇ ਹੋ ਕਿ ਉਹ ਕਿਸੇ ਦੇ ਪਿੱਛੇ ਲੱਗ ਕੇ ਇਹੋ ਜਿਹਾ ਕੰਮ ਕਰਨਗੇ। ਕਿਸਾਨਾਂ ਨੇ ਤਾਂ ਹਮੇਸ਼ਾ ਰਸਤਾ ਦਿਖਾਇਆ, ਕਿਸਾਨ ਜਥੇਬੰਦੀਆਂ ਨੇ ਸਰਕਾਰਾਂ ਨੂੰ, ਸੂਬੇ ਦੀਆਂ ਸਰਕਾਰਾਂ ਨੂੰ, ਕੇਂਦਰ ਦੀਆਂ ਸਰਕਾਰਾਂ ਨੂੰ, ਪਾਰਟੀਆਂ ਨੂੰ, ਔਰ ਹਮੇਸ਼ਾ ਆ ਕੇ ਉਹਨਾਂ ਨੇ ਆਪਣੀ ਗੱਲ ਰੱਖੀ ਆ ਬੜੀ ਵੱਡੀ ਸੋਚ ਦੇ ਨਾਲ, ਬੜੀ ਵਧੀਆ ਸੋਚ ਦੇ ਨਾਲ। ਔਰ ਸਰਕਾਰਾਂ ਦੇ ਕੋਲੇ ਆ ਕੇ ਉਹਨਾਂ ਨੇ ਕਿਸਾਨਾਂ ਦੇ ਹਿੱਤ ਦੀ ਗੱਲ ਕੀਤੀ ਹੈ ਔਰ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਉਹ ਕਾਂਗਰਸ ਦੇ ਪਿੱਛੇ ਲੱਗ ਗਏ ਨੇ। ਇਦੋਂ ਮਾੜੀ ਗੱਲ ਉਹਨਾਂ ਦੇ ਉੱਤੇ ਕਮੈਂਟ ਤੁਸੀਂ ਕੀ ਕਰ ਸਕਦੇ ਹੋ? ਸੋ ਇਸ ਕਰਕੇ ਮੈਂ ਮਹਿਸੂਸ ਕਰਦਾ ਹਾਂ ਕਿ ਅੱਜ ਪੰਜਾਬ ਦੇ ਤੇ ਪੰਜਾਬੀਆਂ ਨੂੰ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਦੁਨੀਆ ਭਰ ਦੇ ਵਿੱਚ ਬੈਠੇ ਲੋਕਾਂ ਨੂੰ, ਹਰਿਆਣੇ ਦੇ ਕਿਸਾਨਾਂ ਨੂੰ ਡਟ ਕੇ ਆਪਣਾ ਇਹਦਾ, ਜਿੱਥੇ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ, ਉਹ ਹੋਰ ਕਰਨਾ ਚਾਹੀਦਾ। ਔਰ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਬਿੱਲ ਤਾਂ ਤੁਸੀਂ ਪਹਿਲਾਂ ਵੀ ਬੜੇ ਪਾਸ ਕੀਤੇ ਸੀ, ਫੈਸਲੇ ਤਾਂ ਤੁਸੀਂ ਪਹਿਲਾਂ ਵੀ ਕੇਂਦਰ ਨੇ ਕਈ ਵਾਰੀ ਲਏ ਨੇ, ਪਰ ਉਹਨਾਂ ਫੈਸਲਿਆਂ ਨੂੰ ਜੇ ਉਹ ਕਿਸਾਨ ਵਿਰੋਧੀ ਨੇ, ਪੰਜਾਬ ਵਿਰੋਧੀ ਨੇ, ਤਾਂ ਉਹਨਾਂ ਫੈਸਲਿਆਂ ਨੂੰ ਲਾਗੂ ਨਹੀਂ ਹੋਣ ਦੇਵਾਂਗੇ। ਔਰ ਇਹਦੇ ਵਿੱਚ ਜੋ ਵੀ ਸਾਨੂੰ ਕਾਨੂੰਨੀ ਰਾਏ, ਜੋ ਵੀ ਸਾਨੂੰ ਧਰਤੀ ਦੇ ਉੱਤੇ, ਸੜਕ ਦੇ ਉੱਤੇ, ਜ਼ਮੀਨ ਦੇ ਉੱਤੇ, ਚਾਹੇ ਸਾਨੂੰ ਕਿਸੇ ਤਰ੍ਹਾਂ ਦੀ ਕੁਰਬਾਨੀ ਦੇਣੀ ਪੈ ਜੇ, ਪਰ ਪੰਜਾਬ ਦੇ ਕਿਸਾਨ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ। ਔਰ ਮੈਂ ਆਖਰੀ ਗੱਲ ਇੱਕ ਹੋਰ ਕਹਿਣੀ ਚਾਹੁੰਦਾ, ਕੇਂਦਰ ਦੀ ਸਰਕਾਰ ਨੂੰ, ਭਾਜਪਾ ਅਕਾਲੀ ਸਰਕਾਰ ਨੂੰ ਅੱਗ ਨਾਲ ਖੇਡ ਰਹੇ ਹੋ। ਇਹ ਬਾਰਡਰ ਸਟੇਟ ਹੈ, ਇਸ ਸੂਬੇ ਨੇ ਪਹਿਲਾਂ ਵੀ 15-18 ਸਾਲ ਸੰਤਾਪ ਭੁਗਤਿਆ ਆ। ਤੁਸੀਂ ਜ਼ਮੀਨ ਤਿਆਰ ਕਰਕੇ ਦੇ ਰਹੇ ਹੋ ਉਹਨਾਂ ਲੋਕਾਂ ਨੂੰ ਜਿਹੜੇ ਕਿ ਬਾਹਰੋਂ ਬੈਠ ਕੇ ਪੰਜਾਬ ਦੇ ਵਿੱਚ ਡਿਸਟਰਬੈਂਸ ਪੈਦਾ ਕਰਨਾ ਚਾਹੁੰਦੇ ਨੇ। ਔਰ ਅੱਜ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਤੁਸੀਂ ਖੋ ਰਹੇ ਹੋ। ਇਹ ਉਹੀ ਪੰਜਾਬੀ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਕੁਰਬਾਨੀਆਂ ਦਿੱਤੀਆਂ, ਦੇਸ਼ ਦੇ ਪੁਨਰਗਠਨ ਦੇ ਲਈ ਕੁਰਬਾਨੀਆਂ ਦਿੱਤੀਆਂ, ਮਿਹਨਤ ਕੀਤੀ। ਔਰ ਜਦੋਂ ਦੇਸ਼ ਅਨਾਜ ਦਾ ਟੋਕਰਾ ਲੈ ਕੇ ਅਮਰੀਕਾ ਤੇ ਆਸਟ੍ਰੇਲੀਆ ਦੇ ਅੱਗੇ ਭੀਖ ਮੰਗਿਆ ਵਾਂਗੂ ਜਾਂਦਾ ਸੀਗਾ, ਸਾਡੇ ਸੂਬੇ ਦੇ ਕਿਸਾਨ ਨੇ, ਪੰਜਾਬ ਤੇ ਹਰਿਆਣਾ ਦੇ ਕਿਸਾਨ ਨੇ ਦੇਸ਼ ਦੇ ਅਨਾਜ ਦੇ ਭੰਡਾਰ ਭਰ ਕੇ ਰੱਖਤੇ।
4-4 5-5 ਸਾਲਾਂ ਦਾ ਇਕੱਠਾ ਅਨਾਜ ਕਰਕੇ ਰੱਖਤਾ। ਅੱਜ ਸੱਪਾਂ ਦੀਆਂ ਸਿਰੀਆਂ ਤੇ ਖੜੇ ਹੋ ਕੇ ਕੀਤੀ ਜਾ ਰਹੀ ਕਿਸਾਨੀ ਨੂੰ ਤੁਸੀਂ ਬਰਬਾਦ ਕਰਨ ਲੱਗੇ ਹੋ। ਇਹ ਤੁਹਾਨੂੰ ਕੋਈ ਮਾਫ ਨਹੀਂ, ਰੱਬ ਵੀ ਮਾਫ ਨਹੀਂ ਕਰੂਗਾ, ਨਾ ਪੰਜਾਬ ਤੇ ਹਰਿਆਣੇ ਦਾ ਕਿਸਾਨ ਮਾਫ ਕਰੂਗਾ। ਸਰ ਹੁਣ ਬਿੱਲ ਤੇ ਪਾਸ ਹੋ ਚੁੱਕਿਆ, ਪੰਜਾਬ ਸਰਕਾਰ ਦੀ ਕਿਸ ਤਰ੍ਹਾਂ ਦੀ ਕੋਈ ਕਾਰਗੁਜ਼ਾਰੀ ਰਹੇਗੀ ਹੁਣ ਇਸ ਬਿੱਲ ਨੂੰ ਲੈ ਕੇ? ਦੇਖੋ, ਜੋ ਮੈਂ ਮਹਿਸੂਸ ਕਰਦਾ ਹਾਂ, ਇਸ ਬਿੱਲ ਨੂੰ ਕਿਸੇ ਵੀ ਰੂਪ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਲਾਗੂ ਨਹੀਂ ਹੋਣ ਦੇਣਗੇ। ਸਰ ਹੁਣ 9 ਮਾਰਚ ਦਾ ਰਿਸ਼ਤਾ ਤੁਹਾਨੂੰ ਲੱਗਦਾ ਖਤਰੇ ਦੇ ਵਿੱਚ ਹੈ? ਕਿਉਂਕਿ ਮਨੋਰੰਜਨਕਾਰੀ ਦਾ ਵੀ ਬਿਆਨ ਆਉਣਾ, ਜੋ ਬੀਜੇਪੀ ਦੇ ਲੀਡਰ ਹੈਗੇ ਨੇ ਕਿ ਹਾਂ ਵੀ ਪਹਿਲਾਂ ਜਿਹੜਾ ਪਾਸ ਕੀਤਾ ਗਿਆ, ਲੇਕਿਨ ਜਿਹੜੀਆਂ ਖੇਡੀ ਜਾ ਰਹੀ ਹੈ ਪੰਜਾਬ ਦੇ ਵਿੱਚ ਵਿਰੋਧ ਹੈ ਅਤੇ ਦਿੱਲੀ ਦੇ ਵਿੱਚ ਆ ਕੇ ਜਿਹੜਾ ਪਾਸਾ ਪਲਟ ਜਾਂਦਾ। ਦੇਖੋ, ਮੇਰੀ ਗੱਲ ਸੁਣੋ, ਬਹੁਤ ਬੁਰੀ ਤਰ੍ਹਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਤੇ ਉਹਦਾ ਪਰਿਵਾਰ ਘਿਰ ਚੁੱਕਿਆ ਆ। ਕਿਉਂਕਿ ਜਦੋਂ ਬੰਦਾ ਮਾੜੇ ਕੰਮ ਕਰਦਾ ਹੈ ਨਾ, ਤੇ ਮਾੜੀ ਸੋਚ ਨਾਲ ਕਰਦਾ ਹੈ, ਪਰਮਾਤਮਾ ਜਿਹੜਾ ਹੈਗਾ ਆ, ਪਰਮਾਤਮਾ ਤੋਂ ਨਹੀਂ ਬਚ ਸਕਦਾ। ਤੁਸੀਂ ਲੋਕਾਂ ਤੋਂ ਤਾਂ ਬਚ ਜਾਓਗੇ ਚਲਾਕੀਆਂ ਦੇ ਨਾਲ। ਪਰਮਾਤਮਾ ਨੇ ਘੇਰ ਕੇ ਇਹੋ ਜਿਹੇ ਚੱਕਰਵਿਊਹ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ, ਨਾ ਉਹ ਇਹ ਬਾਹਰ ਨਿਕਲ ਸਕਦਾ ਤੇ ਨਾ ਇਹ ਅੰਦਰ ਰਹਿ ਸਕਦਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।